Hello students, today we will discuss our next chapter, thinking out of the box, lateral thinking. Thinking out of the box means कि डब्बे तो बाहर सोचना। डब्बा इत्थे की है साड़ियाँ ऑलरेडी बनाईया हुई धारनावां जां साडी सोच। अक्सर असी एक ही तरीके दे नाल सोचना पसंद करते हैं, पर जेकर असी एक समस्या नूं ਵੱਖ-ਵੱਖ ਪਹਿਲੂਆਂ ਤੋਂ ਵੇਖਦੇ ਹੋਏ ਉਹਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਉਨੇ ਹੀ ਵੱਧ ਹੱਲ ਸਾਡੇ ਸਾਹਮਣੇ ਹੁੰਦੇ ਨੇ। ਲੇਟਰਲ ਥਿੰਕਿੰਗ ਕੁਝ ਵੱਖਰਾ ਸੋਚਣਾ, ਡਿਫਰੈਂਟ ਸੋਚਣਾ, ਕ੍ਰੀਏਟਿਵ ਸੋਚਣਾ, ਰਚਨਾਤਮਕ ਸੋਚਣਾ, ਇਹ ਹੈ ਲੇਟਰਲ ਥਿੰਕਿੰਗ। ਲੇਟਰਲ ਥਿੰਕਿੰਗ ਇਜ਼ ਅ term which was coined by एडवर्ड डी बोनो। एडवर्ड डी बोनो ने इस टर्म ਨੂੰ coin ਕੀਤਾ ਸੀ, ਜਾਨੀ ਕਿ ਉਹਨੇ ਫਸਟ ਟਾਈਮ ਇਸ ਟਰਮ ਨੂੰ ਵਰਤਿਆ ਸੀ ਕਿ ਕਿਸੇ ਸਮੱਸਿਆ ਦੇ ਵਿੱਚੋਂ ਬਾਹਰ ਆਉਣ ਦੇ ਲਈ ਸਾਨੂੰ ਵੱਖ-ਵੱਖ ਤਰੀਕੇ ਨਾਲ ਸੋਚਣਾ ਚਾਹੀਦਾ, ਡਿਫਰੈਂਟਲੀ ਸੋਚਣਾ ਚਾਹੀਦਾ, ਟ੍ਰੈਡੀਸ਼ਨਲ ਵੇ ਦੇ ਨਾਲ ਨਹੀਂ ਸੋਚਣਾ ਔਰ ਇੱਕੋ ਲਾਈਨ ਦੇ ਵਿੱਚ ਲੀਨੀਅਰ ਥਿੰਕਿੰਗ ਨਹੀਂ ਕਰਨੀ, ਨॉन ਲੀਨੀਅਰ ਥਿੰਕਿੰਗ। ਯੂ ਕੈਨ ਸੇ lateral thinking means non-linear thinking। ਇਹ ਜਿਹੜਾ ਚੈਪਟਰ ਹੈ ਤੁਹਾਨੂੰ ਦਿੱਤਾ ਹੋਇਆ ਰੇਨਬੋ ਲੈਸਨ ਜਿਹੜੀ ਆਪਣੀ ਬੁੱਕ ਹੈ ਇਹਦੇ ਵਿੱਚ 3rd ਚੈਪਟਰ ਹੈ। ਇਹ ਚੈਪਟਰ ਇੰਟਰਨੈਟ ਤੋਂ ਅਡਾਪਟਡ ਹੈ। ਇਟ ਇਜ਼ ਐਨ extracted part from an internet article। ਤਾਂ ਇਹ ਇੰਟਰਨੈਟ ਤੋਂ ਲਿਆ ਗਿਆ ਹੈ। ਸੋ ਨੈਕਸਟ ਇਸ ਲੇਟਰਲ ਥਿੰਕਿੰਗ ਨੂੰ ਸਮਝਾਉਣ ਦੇ ਲਈ ਲੇਖਕ ਦੋ ਉਦਾਹਰਨਾਂ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਸਾਨੂੰ ਕਿ ਇਹਨਾਂ ਦੋ ਉਦਾਹਰਨਾਂ ਨੂੰ ਸਮਝੋ ਕਿ ਲੇਟਰਲ ਥਿੰਕਿੰਗ ਕਿੰਨੀ ਇੰਪੋਰਟੈਂਟ ਹੈ ਅੱਜ ਦੇ ਸਮੇਂ ਦੇ ਵਿੱਚ। ਤਾਂ ਉਹਦੇ ਵਿੱਚ ਇਹ ਹੈ ਕਿ ਫਰਸਟ ਜਿਹੜੀ ਐਗਜ਼ਾਮਪਲ ਹੈ ਉਹਦੇ ਵਿੱਚ ਇੱਕ ਪਿੰਡ ਦਾ ਕੋਈ ਲੈਂਡਲੋਰਡ ਕਿਸੇ ਗਰੀਬ ਕਿਸਾਨ ਨੂੰ ਕਾਫੀ ਸਾਰਾ ਕਰਜ਼ਾ ਦੇ ਦਿੰਦਾ ਹੈ ਤੇ ਉਸ ਕਰਜ਼ੇ ਨੂੰ ਵਾਪਸ ਲੈਣ ਦੇ ਲਈ ਉਹਦੇ ਸਾਹਮਣੇ ਇੱਕ ਸ਼ਰਤ ਰੱਖਦਾ ਕਿ ਤੈਨੂੰ ਆਪਣੀ ਬੇਟੀ ਦੇ ਨਾਲ ਜਿਹੜਾ ਹੈ ਮੇਰਾ ਵਿਆਹ ਕਰਨਾ ਪਵੇਗਾ, ਨਹੀਂ ਤਾਂ ਤੂੰ ਮੇਰਾ ਕਰਜ਼ਾ ਇਸੇ ਟਾਈਮ ਵਾਪਸ ਕਰ। ਕਿਉਂਕਿ ਉਹ ਲੈਂਡਲੋਰਡ ਦੀ ਨਿਗਾਹ ਕਿਸਾਨ ਦੀ ਖੂਬਸੂਰਤ ਬੇਟੀ ਦੇ ਉੱਪਰ ਹੁੰਦੀ ਹੈ ਤਾਂ ਉਹ ਇੱਕ ਸਕੀਮ ਦਿੰਦਾ ਉਹਨੂੰ, ਇੱਕ ਉਹਦੇ ਕੋਲ ਪ੍ਰਪੋਜ਼ਲ ਲੈ ਕੇ ਆਉਂਦਾ ਹੈ ਕਿ ਇਸ ਤਰ੍ਹਾਂ ਕਰਦੇ ਹਾਂ ਕਿ ਮੈਂ ਇੰਨਾ ਬੁਰਾ ਵੀ ਨਹੀਂ ਹਾਂ, ਮੈਂ ਤੈਨੂੰ ਇੱਕ ਚਾਂਸ ਦਿੰਦਾ ਕਿ ਮੈਂ ਇੱਕ ਥੈਲੇ ਦੇ ਵਿੱਚ 2 ਬੱਟੇ ਪਾਊਂਗਾ, 2 ਸਟੋਨਸ ਪਾਊਂਗਾ, ਵਾਈਟ ਐਂਡ ਬਲੈਕ, ਔਰ ਤੇਰੀ ਬੇਟੀ ਨੇ ਉਸ ਬੈਗ ਦੇ ਵਿੱਚੋਂ, ਉਸ ਥੈਲੇ ਦੇ ਵਿੱਚੋਂ ਇੱਕ ਸਟੋਨ ਚੱਕਣਾ ਹੋਏਗਾ। ਇਹ ਉਹਦੀ ਕਿਸਮਤ ਹੈ ਕਿ ਉਹ ਕਿਹੜਾ ਸਟੋਨ ਉਹਦੇ ਹੱਥ ਦੇ ਵਿੱਚ ਲੱਗਦਾ ਹੈ। ਜੇਕਰ ਉਹ ਬਲੈਕ ਸਟੋਨ ਬਾਹਰ ਕੱਢੇਗੀ ਤਾਂ ਤੇਰੀ ਬੇਟੀ ਨੂੰ ਮੇਰੇ ਨਾਲ ਵਿਆਹ ਕਰਾਉਣਾ ਪਏਗਾ, ਪਰ ਮੈਂ ਤੇਰਾ ਕਰਜ਼ਾ ਮਾਫ ਕਰ ਦੂੰਗਾ। ਪਰ ਜੇਕਰ ਉਸਨੇ ਵਾਈਟ ਸਟੋਨ ਉਹਨੂੰ ਮਿਲ ਗਿਆ ਤਾਂ ਤੇਰਾ ਕਰਜ਼ਾ ਵੀ ਮਾਫ ਕਰ ਦੂੰਗਾ ਔਰ ਤੇਰੀ ਬੇਟੀ ਨੂੰ ਮੇਰੇ ਨਾਲ ਸ਼ਾਦੀ ਵੀ ਨਹੀਂ ਕਰਨੀ ਪਏਗੀ। ਸੋ ਉਹਦੀ ਬੇਟੀ ਉਹਦੀ ਇਸ ਪ੍ਰਪੋਜ਼ਲ ਨੂੰ ਓਕੇ ਕਰਦੀ ਹੈ ਕਿ ਹਾਂ ਓਕੇ। ਫਸਟ ਤਾਂ ਹੁੰਦਾ ਕਿ ਉਹ ਸ਼ਾਇਦ ਇਹ ਸੋਚਦੀ ਕਿ ਨਹੀਂ ਮੈਂ ਕਿਉਂ ਕਰਾਂ ਇਹ ਪ੍ਰਪੋਜ਼ਲ, ਕਿ ਜੇ ਬਾਈ ਚਾਂਸ ਮੇਰੇ ਕੋਲੋਂ ਵਾਈਟ ਦੀ ਜਗ੍ਹਾ ਬਲੈਕ ਸਟੋਨ ਨਿਕਲ ਗਿਆ ਤਾਂ ਮੈਨੂੰ ਤਾਂ ਤੇਰੇ ਨਾਲ ਵਿਆਹ ਕਰਨਾ ਪਏਗਾ। ਫਸਟ ਟਾਈਮ ਕਿ ਉਹ ਇੱਕ ਰਿਸਕ ਚੱਕਦੀ। ਰਿਸਕ ਚੱਕਣ ਤੋਂ ਬਾਅਦ ਜਦੋਂ ਉਹ ਲੈਂਡਲੋਰਡ ਉਸ ਥੈਲੇ ਦੇ ਵਿੱਚ ਪੱਥਰ ਪਾ ਰਿਹਾ ਹੁੰਦਾ ਹੈ ਤਾਂ ਉਸਦੀ ਬੇਟੀ ਨੂੰ ਇਹ ਪਤਾ ਲੱਗਦਾ ਕਿ ਉਸ ਲੈਂਡਲੋਰਡ ਨੇ ਚੁਸਤੀ ਦੇ ਨਾਲ ਦੋਨੇ ਕਾਲੇ ਪੱਥਰ ਉਹਦੇ ਵਿੱਚ ਪਾਏ ਹੋਏ ਨੇ ਤਾਂ ਕਿ ਕੋਈ ਵੀ ਉਹ ਕੱਢੇ ਪੱਥਰ ਤਾਂ ਕਾਲਾ ਹੀ ਉਹਦੇ ਵਿੱਚੋਂ ਨਿਕਲਣਾ ਸੀ। ਸੋ ਉਹਦੀ ਬੇਟੀ ਨੂੰ ਇਹ ਚੀਜ਼ ਦਿਖ ਜਾਂਦੀ ਹੈ। ਤਾਂ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਸਡਨ ਰਿਐਕਸ਼ਨ ਹੋਏਗਾ, ਜਿਵੇਂ ਤੁਹਾਡੇ ਤੋਂ ਵੀ ਪੁੱਛਾਂਗੇ ਤੁਸੀਂ ਕੀ ਕਰਦੇ, ਤਾਂ ਨੈਚੁਰਲੀ ਕਿ ਆਪਾਂ ਕਹਾਂਗੇ ਕਿ ਅਸੀਂ ਰੌਲਾ ਪਾ ਦਿੰਦੇ ਕਿ ਇਹ ਤਾਂ ਤੂੰ ਗਲਤ ਕਰ ਰਹੀ ਹੈ, ਠੀਕ ਹੈ। ਜਾਂ ਫਿਰ ਇਹ ਕਿਹਾ ਜਾਂਦਾ ਕਿ ਇਹ ਦੁਬਾਰੇ ਪੱਥਰਾਂ ਨੂੰ ਚੈੱਕ ਕੀਤਾ ਜਾਵੇ, ਦਿਖਾਇਆ ਜਾਵੇ ਕਿ ਇਹਦੇ ਵਿੱਚ ਵਾਈਟ ਤੇ ਬਲੈਕ ਪੱਥਰ ਹਨ। ਪਰ ਉਸਦੀ ਬੇਟੀ ਉਸ ਟਾਈਮ ਬੜੀ ਸਮਝਦਾਰੀ ਨਾਲ ਕੰਮ ਲੈਂਦੀ ਹੈ ਔਰ ਉਹ ਕਹਿੰਦੀ ਕਿ ਓਕੇ ਮੈਂ ਇਹਦੇ ਵਿੱਚੋਂ ਇੱਕ ਪੱਥਰ ਜਿਹੜਾ ਹੈ ਉਹ ਪਿਕ ਕਰਦੀ ਹਾਂ। ਜਦੋਂ ਉਹ ਥੈਲੇ ਵਿੱਚ ਹੱਥ ਪਾਉਂਦੀ ਹੈ ਤਾਂ ਉਹ ਲੜਕੀ ਜਿਹੜੀ ਹੈ ਥੋੜੀ ਜਿਹੀ ਚੁਸਤੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਉਸ ਪੱਥਰ ਨੂੰ ਜਿਹੜਾ ਵੀ ਉਹਦੇ ਹੱਥ ਦੇ ਵਿੱਚ ਆਉਂਦਾ ਉਹਨੂੰ ਨੀਚੇ ਸਿੱਟ ਦਿੰਦੀ ਹੈ। ਨੀਚੇ ਸਿੱਟ ਕੇ ਉਹ ਪੱਥਰ ਜਿਹੜਾ ਨੀਚੇ ਹੋਰ ਪੱਥਰ ਪਏ ਨੇ ਉਹਨਾਂ ਦੇ ਵਿੱਚ ਹੀ ਮਿਕਸ ਹੋ ਜਾਂਦਾ ਔਰ ਪਤਾ ਨਹੀਂ ਲੱਗਦਾ ਕਿ ਉਹਨੇ ਕਿਹੜਾ ਪੱਥਰ ਬਾਹਰ ਕੱਢਿਆ ਸੀ।
ਤਾਂ ਨੈਚੁਰਲੀ ਉੱਥੇ ਰੌਲਾ ਪਾਉਣਾ ਹੀ ਸੀ ਉਹਨੇ ਲੈਂਡਲੋਰਡ ਨੇ, ਪਰ ਉਸ ਲੜਕੀ ਨੇ ਕਿਹਾ ਕਿ ਓਕੇ ਵੀ ਮੈਂ ਇੱਕੋ ਹੀ ਪੱਥਰ ਚੁੱਕਣਾ ਸੀ ਨਾ, ਹੁਣ ਥੈਲੇ ਦੇ ਵਿੱਚ ਜੇਕਰ ਵਾਈਟ ਪੱਥਰ ਹੈ ਦੈਟ ਮੀਨਸ ਮੈਂ ਬਲੈਕ ਪੱਥਰ ਚੱਕਿਆ, ਬਲੈਕ ਸਟੋਨ ਚੱਕਿਆ ਉਹਦੇ ਵਿੱਚੋਂ, ਜੇਕਰ ਉਹਦੇ ਵਿੱਚ ਵਾਈਟ ਹੈ ਦੈਟ ਮੀਨਸ ਮੈਂ ਜਿਹੜਾ ਪਹਿਲਾਂ ਪਿਕ ਕੀਤਾ ਸਟੋਨ ਹੈ ਉਹ ਵਾਈਟ ਹੈ। ਸੋ ਤੁਸੀਂ ਚੈੱਕ ਕਰ ਲਓ ਥੈਲੇ ਦੇ ਵਿੱਚੋਂ, ਪੱਥਰ ਤਾਂ ਦੋ ਹੀ ਸੀ ਨਾ। ਸੋ ਹੁਣ ਲੈਂਡਲੋਰਡ ਇਸ ਟਾਈਮ ਦੇ ਵਿੱਚ ਆਪਣੀ ਸਮੱਸਿਆ ਦੇ ਵਿੱਚ ਆ ਗਿਆ ਕਿ ਹੁਣ ਨਾ ਤਾਂ ਉਹ ਕਹਿ ਸਕਦਾ ਸੀ ਕਿ ਐਵੇਂ ਨਹੀਂ ਹੋਏਗਾ ਕਿ ਮੈਂ ਤਾਂ ਦੋਨੇ ਪੱਥਰ ਉਹਦੇ ਵਿੱਚ ਕਾਲੇ ਪਾਏ ਨੇ, ਤਾਂ ਉਹਨੂੰ ਚੁੱਪ ਰਹਿਣਾ ਪਿਆ। ਜਦੋਂ ਉਹਦੇ ਵਿੱਚ ਦੇਖਿਆ ਗਿਆ ਤਾਂ ਉਹਦੇ ਵਿੱਚੋਂ ਕਿਹੜਾ ਸਟੋਨ ਨਿਕਲਿਆ, ਬਲੈਕ। ਵੈਸੇ ਤਾਂ ਉਹਦੇ 'ਚ ਦੋਨੇ ਬਲੈਕ ਸੀ, ਤਾਂ ਉਹ ਤੋਂ ਇਹ ਰਿਜ਼ਲਟ ਨਿਕਲਿਆ ਕਿ ਉਸ ਲੜਕੀ ਨੇ ਜਿਹੜਾ ਪਹਿਲਾਂ ਸਟੋਨ ਚੱਕਿਆ ਸੀ ਉਹ ਕਿਹੜਾ ਸੀਗਾ, ਵਾਈਟ ਸੀ। ਦੈਟ ਮੀਨਸ ਕਿ ਉਸ ਲੈਂਡਲੋਰਡ ਨੂੰ ਉਹਨਾਂ ਦਾ ਕਰਜ਼ਾ ਵੀ ਮਾਫ ਕਰਨਾ ਪਊਗਾ ਅਤੇ ਉਸ ਲੜਕੀ ਨੂੰ ਉਸ ਲੈਂਡਲੋਰਡ ਦੇ ਨਾਲ ਵਿਆਹ ਕਰਨ ਦੀ ਵੀ ਕੋਈ ਲੋੜ ਨਹੀਂ ਰਹੇਗੀ। ਸੋ ਇਨ ਦਿਸ ਵੇ ਜਿਹੜਾ ਲਿਟਰਲ ਥਿੰਕਿੰਗ ਹੈ ਥੋੜ੍ਹਾ ਜਿਹਾ ਡਿਫਰੈਂਟਲੀ ਉਸ ਲੜਕੀ ਨੇ ਸੋਚਿਆ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਿਤਾ ਨੂੰ ਉਸ ਪ੍ਰੋਬਲਮ ਦੇ ਵਿੱਚੋਂ ਬਾਹਰ ਕੱਢ ਲਿਆ। ਦਿਸ ਇਜ਼ ਦਾ ਫਸਟ ਸਟੋਰੀ which was told in this chapter. Second story ਇੱਕ ਮਿਲੀਨੀਅਰ ਦੀ ਹੈ, ਥੋਮਸ ਨਾਂ ਦੇ ਇੱਕ ਮਿਲੀਨੀਅਰ ਦੀ ਹੈ, USA ਦੀ ਸਟੋਰੀ ਹੈ। ਉਹ ਮਿਲੀਨੀਅਰ ਬਹੁਤ ਅਮੀਰ ਵਿਅਕਤੀ ਹੁੰਦਾ ਹੈ। ਉਹ ਇੱਕ ਵਾਰੀ ਨਿਊਯਾਰਕ ਉਸਨੂੰ ਜਾਣਾ ਪੈਂਦਾ। ਨਿਊਯਾਰਕ ਜਦੋਂ ਉਹ ਜਾਂਦਾ ਹੈ ਤਾਂ ਉਹਦੇ ਕੋਲ ਬਹੁਤ ਮਹਿੰਗੀ ਵੱਡੀ ਗੱਡੀ ਹੁੰਦੀ ਹੈ। ਉਹ ਇੱਕ ਬੈਂਕ ਦੇ ਵਿੱਚ ਜਾਂਦਾ ਹੈ। ਉਸ ਬੈਂਕ ਵਾਲਿਆਂ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਤੁਸੀਂ ਕਰਜ਼ਾ ਦਿਓ, ਲੋਨ ਦਿਓ, ਠੀਕ ਹੈ। ਤਾਂ ਉਹ ਉਹਨਾਂ ਕੋਲੋਂ $5,000 ਦਾ ਲੋਨ ਮੰਗਦਾ ਬੈਂਕ ਵਾਲਿਆਂ ਤੋਂ। ਬੈਂਕ ਵਾਲੇ ਆਪਣੀ ਜੋ ਵੀ ਕਾਰਵਾਈ ਹੁੰਦੀ ਹੈ ਪੂਰੀ ਕਰਕੇ ਉਹਨੂੰ ਕਹਿੰਦੇ ਕਿ ਤੁਹਾਨੂੰ ਇਹਦੇ ਲਈ ਕੋਈ, ਜਿਵੇਂ ਆਪਾਂ ਕਹਿੰਦੇ ਜ਼ਮਾਨਤ ਦੇ ਤੌਰ 'ਤੇ ਕੁਝ ਰੱਖਣਾ ਪਏਗਾ, ਅਸੀਂ ਤੁਹਾਨੂੰ ਲੋਨ ਤਾਂ ਦੇ ਦਿੰਦੇ ਹਾਂ। ਤਾਂ ਉਹ ਆਪਣੀ ਕਾਰ ਦੀ ਚਾਬੀ ਉਹਨਾਂ ਨੂੰ ਪਕੜਾ ਦਿੰਦਾ, ਕਹਿੰਦਾ ਲਓ ਇਹ ਮੇਰੀ ਫਰਾਰੀ ਗੱਡੀ ਹੈ, ਤੁਸੀਂ ਇਹਦੀ ਚਾਬੀ ਰੱਖ ਲਓ ਅਤੇ ਇਹ ਕਾਰ ਆਪਣੇ ਕੋਲ ਰੱਖੋ, ਜਦੋਂ ਮੈਂ ਤੁਹਾਨੂੰ ਇਹ ਲੋਨ ਵਾਪਸ ਕਰ ਦੂੰਗਾ ਤਾਂ ਮੈਂ ਆਪਣੀ ਗੱਡੀ ਵਾਪਸ ਲੈ ਜਾਊਂਗਾ। ਸੋ ਇਸ ਤਰੀਕੇ ਨਾਲ ਉਹ ਲੋਨ ਲੈ ਕੇ ਆਪਣੇ ਕਾਗਜ਼ ਪੱਤਰ ਸਬਮਿਟ ਕਰਕੇ ਉੱਥੋਂ ਚਲਾ ਜਾਂਦਾ। ਆਫਟਰ ਅ ਵੀਕ ਜਦੋਂ ਵਾਪਸ ਆਉਂਦਾ ਹੈ ਬੈਂਕ ਦੇ ਵਿੱਚ, ਉਹਨਾਂ ਨੂੰ $5,000 ਵੀ ਵਾਪਸ ਕਰਦਾ ਅਤੇ ਉਹਦੇ ਉੱਪਰ ਜਿਹੜਾ $15 ਇੱਕ ਹਫ਼ਤੇ ਦਾ ਇੰਟਰਸਟ ਸੀ ਉਹ ਵਾਪਸ ਕਰਦਾ। ਉਸ ਦੌਰਾਨ ਜਿਹੜਾ ਬੈਂਕ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਤਾਂ ਦੁਨੀਆ ਦਾ ਅਮੀਰ ਬੰਦਾ ਹੈ। ਤਾਂ ਉਹਨੂੰ ਪੁੱਛ ਲੈਂਦੇ ਨੇ ਕਿ ਤੁਸੀਂ ਇੰਨੇ ਅਮੀਰ ਹੋ ਕੇ ਸਾਡੇ ਬੈਂਕ ਤੋਂ $5,000 ਦਾ ਲੋਨ ਲੈ ਕੇ ਗਏ ਹੋ, ਵੀ ਇਹ ਕਾਰਨ ਕੀ ਹੈ? ਤਾਂ ਉਹ ਉਹਨਾਂ ਨੂੰ ਜਵਾਬ ਦਿੰਦਾ ਹੈ ਕਿ ਇਸ ਮੈਟਰੋਪੋਲੀਟਨ ਸਿਟੀ ਦੇ ਵਿੱਚ, ਨਿਊਯਾਰਕ ਦੇ ਵਿੱਚ ਮੈਂ ਸਿਰਫ ਇੱਕ ਹਫ਼ਤੇ ਲਈ ਆਇਆ ਸੀ ਔਰ ਇਸ ਹਫ਼ਤੇ ਦੇ ਦੌਰਾਨ ਮੈਂ ਆਪਣੀ ਕਾਰ ਕਿਤੇ ਖੜੀ ਕਰਨੀ ਸੀ ਪਾਰਕਿੰਗ ਦੇ ਵਿੱਚ, ਤਾਂ ਨਿਊਯਾਰਕ ਦੇ ਵਿੱਚ ਪੂਰਾ ਇੱਕ ਹਫ਼ਤਾ ਮੇਰੀ ਕਾਰ ਪਾਰਕਿੰਗ $15 'ਚ ਕਿਸੇ ਵੀ ਹਾਲਤ 'ਚ ਨਹੀਂ ਹੋ ਸਕਦੀ ਸੀ, ਜਦੋਂ ਕਿ ਤੁਸੀਂ ਬੈਂਕ ਦੇ ਜਿਹੜੀ ਸੇਫ ਜਗ੍ਹਾ ਹੈ ਉਹਦੇ ਉੱਪਰ ਮੇਰੀ ਕਾਰ ਨੂੰ ਸੰਭਾਲ ਕੇ ਰੱਖਿਆ ਔਰ ਮੈਨੂੰ ਕਿੰਨਾ ਤੁਹਾਨੂੰ ਪਾਰਕਿੰਗ ਫੀ ਦੇਣੀ ਪਈ, ਸਿਰਫ $15। ਸੋ ਇਸ ਤਰੀਕੇ ਨਾਲ ਇਹ ਹੈ ਕਿ ਲੋਕ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜੇਕਰ ਥੋੜ੍ਹਾ ਜਿਹਾ ਕ੍ਰੀਏਟਿਵ ਤਰੀਕੇ ਨਾਲ ਸੋਚਦੇ ਨੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਹੋਰ ਰਾਹ ਨਜ਼ਰ ਆ ਜਾਂਦੇ। ਤਾਂ ਆਪਣੇ ਇਸ ਬਿਆਨ ਨੂੰ ਪੁਖਤਾ ਕਰਨ ਲਈ ਇਸ ਲੈਸਨ ਦੇ ਵਿੱਚ ਕੁਝ ਐਗਜ਼ਾਮਪਲਸ ਦਿੱਤੀਆਂ ਨੇ ਕਿ ਜਦੋਂ ਅਸੀਂ ਸਟਾਰਟਿੰਗ ਕਰਦੇ ਹਾਂ ਕੁਝ ਡਿਫਰੈਂਟ ਕਰਨ ਦੀ ਤਾਂ ਸ਼ੁਰੂਆਤ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ। ਲੋਕ ਸਾਨੂੰ ਅਸੈਪਟ ਨਹੀਂ ਕਰਦੇ, ਲੋਕ ਸਾਨੂੰ ਨਾਮਨਜ਼ੂਰ ਕਰਦੇ ਨੇ ਔਰ ਉਹਨਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਜਿਹੜੀ ਇਹ ਨਵਾਂ ਕੰਮ ਕਰਨ ਲੱਗਿਆ ਇਟ ਇਜ਼ ਟੋਟਲੀ ਆ ਵੇਸਟੇਜ ਆਫ ਟਾਈਮ ਜਾਂ ਵੇਸਟੇਜ ਆਫ ਐਨਰਜੀ ਜਾਂ ਇਹਦਾ ਕੋਈ ਫਾਇਦਾ ਨਹੀਂ ਹੋਣਾ। ਬਟ ਆਫਟਰ ਸਮ ਟਾਈਮ ਜੇਕਰ ਉਹਦੇ ਵਿੱਚ ਕੋਈ ਦਮ ਹੈ ਤਾਂ ਉਸ ਤਰੀਕੇ ਨੂੰ, ਉਸ ਗੱਲ ਨੂੰ ਅਪਣਾਉਣ ਦੇ ਲਈ ਸਾਰੇ ਤਿਆਰ ਹੋ ਜਾਂਦੇ। ਫੋਰ ਐਗਜ਼ਾਮਪਲ ਕ੍ਰਿਕਟ ਮੈਚਾਂ ਦੀ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਕ੍ਰਿਕਟ ਦੇ ਵਿੱਚ ਕੁਝ ਸਮਾਂ ਪਹਿਲਾਂ ਉਹਨਾਂ ਦੀਆਂ ਯੂਨੀਫਾਰਮ ਜਿਹੜੀਆਂ ਨੇ ਕ੍ਰਿਕਟ ਖਿਡਾਰੀਆਂ ਦੇ ਉਹ ਸਿਰਫ ਵਾਈਟ ਹੁੰਦੀਆਂ ਸੀ, ਪਰ ਸਮਾਂ ਪਾ ਕੇ ਉਹਨਾਂ ਨੂੰ ਚੇਂਜ ਕੀਤਾ ਗਿਆ। ਅੱਜ ਕੱਲ੍ਹ ਕਲਰਫੁੱਲ ਜਿਹੜੀਆਂ ਉਹ ਡਰੈਸਿਸ, ਯੂਨੀਫਾਰਮਸ ਪਹਿਨ ਕੇ ਖਿਡਾਰੀ ਕ੍ਰਿਕਟ ਖੇਡਦੇ ਨੇ। ਇੱਦਾਂ ਹੀ 2020 ਮੈਚਿਸ ਜਦੋਂ ਸ਼ੁਰੂਆਤ ਹੋਈ ਤਾਂ ਇਹਦਾ ਬਹੁਤ ਹੋਇਆ ਕਿ ਇਹ ਕਿਵੇਂ ਚੱਲ ਸਕਦੇ ਨੇ, 20 ਓਵਰਾਂ ਦੇ ਮੈਚ ਕਿਵੇਂ ਚੱਲ ਸਕਦੇ ਨੇ। ਪਰ ਅੱਜ ਆਪਾਂ ਦੇਖਦੇ ਹਾਂ ਕਿ 2020 ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਲੋਕ ਵੱਧ ਪਸੰਦ ਕਰਦੇ ਨੇ। ਇੱਦਾਂ ਹੀ ਕ੍ਰਿਕਟ ਦੀ ਬਾਲ ਦਾ ਕਲਰ ਪਹਿਲਾਂ ਸਿਰਫ ਇੱਕੋ ਹੀ ਹੁੰਦਾ ਸੀ, ਹੁਣ ਡਿਫਰੈਂਟ ਕਲਰਸ ਦੀਆਂ ਬਾਲਸ ਖਿਡਾਰੀ ਵਰਤਦੇ ਨੇ। ਉਹ ਵੀ ਇੱਕ ਟਰੈਂਡ ਬਣ ਗਿਆ ਔਰ ਇੱਕ ਜਿਹਨੂੰ ਕਹਿੰਦੇ ਪਸੰਦੀਦਾ ਗੱਲ ਬਣ ਗਈ ਲੋਕਾਂ ਦੀ।
ਡੇ ਨਾਈਟ ਮੈਚਸ, ਪਹਿਲਾਂ ਸਿਰਫ ਦਿਨੇ ਮੈਚਸ ਹੁੰਦੇ ਸੀ ਕਿ ਰਾਤ ਨੂੰ ਮੈਚਸ ਨਹੀਂ ਹੁੰਦੇ ਸੀ, ਸ਼ਾਮ ਤੱਕ ਖਤਮ ਹੋ ਜਾਂਦੇ ਸੀ ਜਦੋਂ ਲਾਈਟ ਖਤਮ ਹੋ ਜਾਂਦੀ ਸੀ। ਹੁਣ ਜਿਹੜੀਆਂ ਨੇ ਫਲੱਡ ਲਾਈਟਸ ਲਗਾ ਕੇ ਰਾਤ ਭਰ, ਰਾਤ ਦੇ 2 ਵਜੇ 3 ਵਜੇ ਕਦੋਂ ਵੀ ਮੈਚਸ ਹੁੰਦੇ ਨੇ। ਸੋ ਇਹ ਚੀਜ਼ਾਂ ਸਮੇਂ ਦੇ ਨਾਲ ਜਿਹੜੇ ਉਹਨਾਂ ਦੇ ਵਿੱਚ ਇੱਕ ਨਵੀਂ ਚੇਂਜ ਜਿਨ੍ਹਾਂ ਲੋਕਾਂ ਨੇ ਲਿਆਂਦੀ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਕਾਮਯਾਬ ਵੀ ਹੋਏ। ਤਾਂ